ਜਿਹੜਾ ਅਫਸਰ ਚੰਡੀਗੜ੍ਹ ਦੇ ਵਿੱਚ ਮਿਸਕੰਡਕਟ ਕਰ ਰਿਹਾ ਹੈ, ਉਹ ਆਈਪੀਐਸ ਅਫਸਰ ਹੈ, ਉਹ ਪੰਜਾਬ ਜਾ ਕੇ ਕੀ ਕਰੇਗਾ? ਪੰਜਾਬ ਦੀ ਜਨਤਾ ਜੇ ਡਿਜ਼ਰਵ ਕਰਦੀ ਹੈ ਵੀ ਚੰਡੀਗੜ੍ਹ ਦੇ ਵਿੱਚ ਮਿਸਕੰਡਕਟ ਕਰਨ ਵਾਲੇ ਆਈਪੀਐਸ ਅਫਸਰਾਂ ਨੂੰ ਤੁਸੀਂ ਪੰਜਾਬ ਨੂੰ ਦੇਣਾ ਹੈ, ਤਾਂ ਫਿਰ ਅਜਿਹੀ ਗਵਰਨਰ, ਅਜਿਹੇ ਸੋਚ, ਅਜਿਹੀ ਸਰਕਾਰ, ਅਜਿਹੇ ਸਿਸਟਮ ਦਾ ਰੱਬ ਹੀ ਰੱਖਦਾ। ਦੂਜੇ ਪਾਸੇ ਗਵਰਨਰ ਸਾਹਿਬ ਦਾ ਵੀ ਹਾਲ ਵੇਖ ਲਓ ਵੀ ਜਿਹੜੇ ਉਹ ਕਹਿੰਦੇ ਜਿਹੜੇ ਲਾਹੌਰ ਨਹੀਂ ਚੰਗੇ ਸਾਬਤ ਹੋ ਗਏ, ਉਹ ਪਿਸ਼ੌਰ ਵੀ ਨਹੀਂ ਚੰਗੇ ਸਾਬਤ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਐਸਐਸਪੀ ਕੁਲਦੀਪ ਸਿੰਘ ਚਹਿਲ ਨੂੰ ਅਚਨਚੇਤ ਰਿਲੀਫ ਕਰਨ ਤੇ ਗਵਰਨਰ ਦੇ ਉੱਤੇ ਪੋਲੀਟੀਕਲ ਅਟੈਕ ਕਰਦੇ ਹੋਏ ਕਿਹਾ ਸੀ ਵੀ ਚੁਣੀ ਹੋਈ ਸਰਕਾਰ ਨੂੰ ਕੰਮ ਕਰ ਲੈਣ ਦਿਓ। ਦੋਨੋਂ ਆਮੋ ਸਾਹਮਣੇ ਸੀ ਇਸ ਮੁੱਦੇ ਦੇ ਉੱਤੇ, ਪਰ ਫਿਰ ਪੰਜਾਬ ਰਾਜਪਾਲ ਦਾ ਜਵਾਬ ਆਉਂਦਾ ਹੈ, ਸਪਸ਼ਟੀਕਰਨ ਆਉਂਦਾ ਹੈ। ਉਹਦੇ ਚੋਂ ਕਹਿੰਦੇ ਆ ਵੀ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਅਫਸਰਾਂ ਨਾਲ ਗੱਲਬਾਤ ਕਰਿਆ ਕਰੋ, ਪੁੱਛ ਪੜਤਾਲ ਕਰਕੇ ਸਾਰੀ ਗੱਲ ਰੱਖਿਆ ਕਰੋ। ਉਹਨਾਂ ਨੇ ਪੂਰੇ ਤੱਥ ਰੱਖੇ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਕਸੂਤੀ ਫਸ ਗਈ ਹੈ ਤੇ ਵਿਰੋਧੀਆਂ ਵੱਲੋਂ ਵੀ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ। ਅੱਜ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਮੈਂ ਹਾਂ ਸ਼ੁਭਕਰਮਨ ਧਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਲੱਖੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ, ਆਮੋ ਸਾਹਮਣੇ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਤੇ ਪੰਜਾਬ ਗਵਰਨਰ ਭਗਵੰਤ ਸਿੰਘ ਮਾਨ ਅਟੈਕ ਕਰਦੇ ਨੇ ਵੀ ਪੋਲੀਟੀਕਲ ਅਟੈਕ ਕਰਦੇ ਨੇ ਵੀ ਤੁਸੀਂ ਉਹਨਾਂ ਦੀ ਪੰਜਾਬ ਸਰਕਾਰ ਦੀ ਭੂਮਿਕਾ 'ਚ ਇੰਟਰਫੇਅਰ ਕਰ ਰਹੇ ਹੋ। ਤੁਸੀਂ ਕਿਵੇਂ ਚੰਡੀਗੜ੍ਹ ਦਾ ਐਸਐਸਪੀ ਜਾਂ ਪੰਜਾਬ ਕੇਡਰ ਦੇ ਐਸਐਸਪੀ ਨੂੰ ਰਿਲੀਵ ਕਰ ਸਕਦੇ ਹੋ ਬਿਨਾਂ ਦੱਸੇ? ਪਰ ਗਵਰਨਰ ਦੇ ਸਪਸ਼ਟੀਕਰਨ ਨੇ ਬਿਲਕੁਲ ਹੀ ਤੱਥ ਸਾਹਮਣੇ ਰੱਖ ਦਿੱਤੇ ਹੈ ਤੇ ਉਲਟਾ ਪੰਜਾਬ ਸਰਕਾਰ ਨੂੰ ਬੈਕਫੁੱਟ ਤੇ ਹੈ। ਜੀ, ਭਗਵੰਤ ਮਾਨ ਬਤੌਰ ਇੱਕ ਮੁੱਖ ਮੰਤਰੀ ਕਿਹੜੀ ਇਨਪੁਟ ਦੇ ਆਧਾਰ ਉੱਤੇ ਇਸ ਤਰੀਕੇ ਦੀ ਗੱਲਬਾਤ ਕਰਦੇ ਨੇ? ਉਹ ਜਦੋਂ ਟਵੀਟ ਕਰ ਰਹੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਗਵਰਨਰ ਦੇ ਨਾਲ ਜਦੋਂ ਸਿੱਧਾ ਬਤੌਰ ਇੱਕ ਮੁੱਖ ਮੰਤਰੀ, ਇੱਕ ਸੰਵਿਧਾਨਿਕ ਅਹੁਦਾ ਹੁੰਦਾ ਹੈ ਗਵਰਨਰ ਦਾ, ਲੇਕਿਨ ਉਹ ਗਵਰਨਰ ਦੇ ਨਾਲ ਕਿਸ ਕੌਨਫੀਡੈਂਸ ਦੇ ਨਾਲ ਮੱਥਾ ਲਾਉਂਦੇ ਨੇ, ਇਸ ਤੇ ਇੱਕ ਆਪਣੇ ਆਪ ਵਿੱਚ ਬਹੁਤ ਵੱਡਾ ਰਾਜ਼ ਹੈ ਜੋ ਕਿ ਸਮਝ ਵਿੱਚ ਨਹੀਂ ਆ ਰਿਹਾ। ਹੁਣ ਇੰਝ ਲੱਗ ਰਿਹਾ ਮੈਨੂੰ ਕਿ ਪੰਜਾਬ ਸਰਕਾਰ ਤੇ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਦਾ ਕਾਰਿਆਲਾ ਹੈ, ਉਹਦੇ ਵਿੱਚ ਦੋ ਪੈਰਲਲ ਧੜੇ ਚੱਲਦੇ ਪਏ ਨੇ। ਇੱਕ ਤਾਂ ਹੈਗਾ ਜੀ ਭਗਵੰਤ ਮਾਨ ਤੇ ਉਹਨਾਂ ਦੇ ਕੁਝ ਸ਼ਾਇਦ ਮੀਡੀਆ ਦੇ ਸਲਾਹਕਾਰ ਹੋਣਗੇ ਜਾਂ ਮੀਡੀਆ ਦਾ ਜਿਹੜਾ ਵਿੰਗ ਹੈ ਜੋ ਕਿ ਕਾਫੀ ਤੱਤਾ ਰਹਿੰਦਾ ਹੈ ਟਵੀਟ ਕਰਨ ਲਈ ਜਾਂ ਇਸ ਤਰੀਕੇ ਦੀ ਗੱਲਬਾਤ ਕਰਨ ਲਈ। ਲੇਕਿਨ ਦੂਸਰੇ ਪਾਸੇ ਇੱਕ ਹੋਰ ਪੈਰਲਲ ਧੜਾ ਜ਼ਰੂਰ ਹੈ ਜੋ ਕਿ ਐਕਚੁਅਲ ਦੇ ਵਿੱਚ ਡਿਸੀਜਨ ਲੈ ਰਿਹਾ ਹੈ। ਤੇ ਇਹ ਜਿਹੜੀ ਘਟਨਾ ਹੋਈ ਹੈ ਇਸ ਪੂਰੇ ਦੇ ਪੂਰੇ ਵਾਕਿਏ ਦੇ ਵਿੱਚ ਐਕਸਪੋਜ਼ ਇੱਕ ਵਾਰ ਫੇਰ ਭਗਵੰਤ ਮਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ। ਤੇ ਗਵਰਨਰ ਨੇ ਜੋ ਖਰੀ ਸੁਣਾਈ ਹੈ ਉਹਨਾਂ ਨੂੰ, ਤੇ ਜੋ ਉਹਨਾਂ ਨੇ ਗੱਲ ਦੱਸੀ ਹੈ ਕਿ ਤੁਹਾਡੇ ਅਫਸਰਾਂ ਨੂੰ ਬੁਲਾ ਕੇ ਮੀਟਿੰਗ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਕਮਿਊਨੀਕੇਟ ਕਰਕੇ ਫੈਸਲਾ ਲਿਆ ਗਿਆ ਤੇ ਤੁਹਾਨੂੰ ਐਜ਼ ਏ ਚੀਫ ਮਿਨਿਸਟਰ, ਹੋਮ ਮਿਨਿਸਟਰ, ਗ੍ਰਹਿ ਮੰਤਰੀ ਹੋਣ ਦੇ ਨਾਤੇ ਜੇ ਕਿਸੇ ਨੇ ਮਤਲਬ ਸਹੀ ਗਾਈਡ ਨਹੀਂ ਕੀਤਾ ਤਾਂ ਇਹ ਤਾਂ ਤੁਸੀਂ ਆਪਣੀ ਪੜਚੋਲ ਕਰੋ। ਇਸ ਤੋਂ ਪਹਿਲਾਂ ਵੀ ਕਈ ਵਾਰ ਘਟਨਾਵਾਂ ਹੋ ਚੁੱਕੀਆਂ ਨੇ, ਲੇਕਿਨ ਇੱਕ ਬਹੁਤ ਅਨਫੋਰਚੂਨੇਟ ਸਥਿਤੀ ਹੈ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਹੀ ਅਫਸਰਾਂ ਵੱਲੋਂ ਲਏ ਗਏ ਫੈਸਲਿਆਂ ਬਾਰੇ ਜਾਣੂ ਨਹੀਂ ਨੇ। ਉਹਨਾਂ ਦੀ ਗਹਿਰਾਈ, ਉਹਨਾਂ ਦੀ ਹਕੀਕਤ, ਉਹਨਾਂ ਦੀ ਅਸਲੀਅਤ ਕੀ ਹੈ, ਇਸ ਬਾਰੇ ਕੋਈ ਜ਼ਿਆਦਾ ਡਿਲੀਜੈਂਟਲੀ ਕੰਮ ਕਰਨ ਜਾਂ ਜਾਂਚ ਪੜਤਾਲ ਕਰਨ ਤੋਂ ਪਹਿਲਾਂ ਹੀ ਮੀਡੀਆ ਦੇ ਜਿਹੜੇ ਉਹਨਾਂ ਦੇ ਕੁਝ, ਮੈਨੂੰ ਤਾਂ ਲੱਗਦਾ ਵੀ ਮੀਡੀਆ ਦੇ ਵਿੱਚ ਜਾਣਾ, ਚਿੱਠੀਆਂ ਲਿਖਣਾ, ਇਹ ਜਿਹੜਾ ਪੂਰਾ ਦਾ ਪੂਰਾ ਸਿਸਟਮ ਹੈ ਇਹ ਕਿਵੇਂ ਹੈਂਡਲ ਹੋ ਰਿਹਾ? ਕਿ ਜਿਹੜੀਆਂ ਕਹਿੰਦੇ ਨਾ ਕਿ ਬਹੁਤ ਹੀ ਨਾਜ਼ੁਕ ਗੱਲਾਂ ਬਾਤਾਂ ਹੁੰਦੀਆਂ ਨੇ ਆਫਿਸ ਦੇ ਅੰਦਰ, ਚੀਫ ਮਿਨਿਸਟਰ ਦਾ ਕਾਰਿਆਲਾ ਹੁੰਦਾ ਜਿਸਨੂੰ ਕਿ ਬਹੁਤ ਠਰੰਬੇ ਦੇ ਨਾਲ ਕੁਝ ਡਿਸੀਜਨ ਲੈਣੇ ਹੁੰਦੇ ਨੇ, ਲੇਕਿਨ ਇਸ ਤਰੀਕੇ ਦੇ ਨਾਲ ਜੇ ਤੁਸੀਂ ਹਰ ਗੱਲ ਨੂੰ ਹੀ ਗਵਰਨਰ ਵਰਸਸ ਸਟੇਟ ਬਣਾਉਣ ਦੀ ਕੋਸ਼ਿਸ਼ ਕਰੋ। ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਵਿਧਾਨ ਸਭਾ ਦਾ ਇੱਕ ਜਿਹੜਾ ਇਜਲਾਸ ਬੁਲਾਇਆ ਜਾਂਦਾ ਹੈ, ਉੱਥੇ ਇੱਕ ਜਿਹੜਾ ਮਤਾ ਪਾਸ ਕਰਨਾ ਸੀਗਾ ਭਗਵੰਤ ਮਾਨ ਹੋਣਾ ਦੀ ਸਰਕਾਰ ਨੇ, ਉਸ ਨੂੰ ਲੈ ਕੇ ਕਿੱਡਾ ਕਾਟੋ ਕਲੇਸ਼ ਚੱਲਿਆ। ਗਵਰਨਰ ਇੱਕ ਪਾਸੇ ਆਪਣੇ ਪਾਸੇ ਅੜ ਗਏ, ਉਹਨਾਂ ਨੇ ਮਨਾ ਕਰਤਾ ਵੀ ਮੈਂ ਸੈਸ਼ਨ ਬੁਲਾਣਾ ਨਹੀਂ ਹੈ, ਤੁਸੀਂ ਸੈਸ਼ਨ ਕਿਸ ਲਈ ਸੱਦਣਾ ਹੈ, ਤੇ ਉਹ ਸੈਸ਼ਨ ਨੂੰ ਲੈ ਕੇ ਖੂਬ ਤਮਾਸ਼ਾ ਹੋਇਆ। ਅਖੀਰ ਦੇ ਵਿੱਚ ਫਿਰ ਉਹ ਸੈਸ਼ਨ ਤਾਂ ਨਹੀਂ ਹੋ ਪਾਇਆ, ਲੇਕਿਨ ਉਸ ਤੋਂ ਬਾਅਦ ਗਵਰਨਰ ਨੂੰ ਮਨਜ਼ੂਰੀ ਦੇਣੀ ਪਈ ਜਦੋਂ ਉਹਨਾਂ ਨੂੰ ਸਮਝ ਵਿੱਚ ਇਹ ਲਿਆਂਦਾ ਗਿਆ, ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ ਕਿ ਅਸੀਂ ਆਹ ਲੈਜਿਸਲੇਟਿਵ ਬਿਜ਼ਨਸ ਵੀ ਕਰਨਾ ਹੈ, ਅਸੀਂ ਸਿਰਫ ਇੱਕ ਮਤਾ ਹੀ ਪਾਸ ਨਹੀਂ ਕਰਨਾ ਜਿਹਦਾ ਕੋਈ ਜ਼ਿਆਦਾ ਮਨੋਰਥ ਉਸ ਵਕਤ ਬਚਦਾ ਹੀ ਨਹੀਂ ਸੀ। ਸੋ ਇਹ ਜਿਹੜੇ ਕਲੈਸ਼ਿਸ ਨੇ ਇਹ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਫੰਕਸ਼ਨਿੰਗ ਹੈ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉਹ ਕਿਵੇਂ ਕੰਮ ਕਰ ਰਹੇ ਨੇ, ਕੌਣ ਉਹਨਾਂ ਨੂੰ ਗਾਈਡ ਜਾਂ ਮਿਸਗਾਈਡ ਕਰ ਰਿਹਾ, ਉਸ ਨੂੰ ਐਕਸਪੋਜ਼ ਕਰਨ ਵਾਲਾ ਘਟਨਾਕ੍ਰਮ ਹੈ ਜੀ। ਤੇ ਤੁਸੀਂ ਇੱਕ ਵਾਰ ਪਹਿਲਾਂ ਵੀ ਜਦੋਂ ਗੋਲੀਬਾਰ ਦਾ ਇੰਸੀਡੈਂਟ ਹੋਇਆ ਸੀ ਉਦੋਂ ਵੀ ਤੁਸੀਂ ਕਿਹਾ ਸੀ ਜੇ ਪੰਜਾਬ ਦੇ ਟੌਪ ਆਫਿਸ ਦੇ ਅੰਦਰ ਇੰਨਾ ਵੱਡਾ ਕਮਿਊਨੀਕੇਸ਼ਨ ਗੈਪ ਹੈ ਤਾਂ ਪੰਜਾਬ ਦਾ ਰੱਬ ਹੀ ਰੱਖ ਹੈ। ਇੱਕ ਵਾਰ ਫਿਰ ਤੋਂ ਜਿਹੜਾ ਸੀਐਮ ਹੈ ਉਹ ਬਹੁਤ ਵੀਕ ਫੁਟਿੰਗ ਤੇ ਆ ਗਏ ਤੇ ਅਗਲੇ ਦਿਨ ਹੀ ਉਹ ਟੋਲ ਪਲਾਜ਼ੇ ਤੇ ਜਾਂਦੇ ਨੇ, ਉੱਥੇ ਕਹਿੰਦੇ ਆ ਵੀ ਮੇਰੇ ਤੇ ਗਵਰਨਰ ਦੇ ਵਿਚਕਾਰ ਜਿਹੜੇ ਰਿਲੇਸ਼ਨ ਨੇ ਬੜੇ ਦਰੁਸਤ ਨੇ। ਉਹਨਾਂ ਨੂੰ ਇਹ ਕਹਿਣਾ ਪੈਂਦਾ ਸੌਫਟ ਹੋ ਗਏ ਨੇ ਇੱਕਦਮ, ਜਿਹੜਾ ਇੱਕ ਦਿਨ ਪਹਿਲਾਂ ਹੀ ਭੜਕ ਰਹੇ ਸੀ। ਦੇਖੋ, ਭੜਕ ਰਹੇ ਸੀਗੇ ਕੁਝ ਹੋਰ ਬੇਸ ਸੀ। ਮੈਨੂੰ ਲੱਗਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਲੀਡਰ ਨੇ, ਖਾਸ ਕਰਕੇ ਰਾਘਵ ਚੱਡੇ ਵਰਗੇ ਜਾਂ ਕੁਝ ਅਜਿਹੇ ਲੋਕ ਜੋ ਕਿ ਸਰਕਾਰ ਦੇ ਕੰਮ ਦੇ ਵਿੱਚ ਅਸਿੱਧੇ ਤਰੀਕੇ ਦੇ ਨਾਲ ਦਖਲ ਦੇ ਰਹੇ ਹੋ ਸਕਦੇ ਨੇ। ਪੋਸੀਬਲ ਹੈ ਕਿ ਹਰ ਚੀਜ਼ ਨੂੰ ਸੈਂਟਰ ਵਰਸਸ ਸਟੇਟ ਬਣਾਈ ਜਾਂਦੀ ਹੈ ਕੁਝ, ਤੇ ਉਹ ਪੰਜਾਬ ਲਈ ਨੁਕਸਾਨ ਹੈ। ਜਦੋਂ ਵੀ ਪੰਜਾਬ ਕੇਂਦਰ ਸਰਕਾਰ ਦੇ ਸਾਹਮਣੇ ਅੜੇਗਾ, ਖੜੇਗਾ,
ਕੇਂਦਰ ਸਰਕਾਰ ਦੇ ਨਾਲ ਮੱਥਾ ਲਾਏਗਾ, ਉਹਨਾਂ ਦੇ ਕਿਸੇ ਰਿਪਰੈਜ਼ੈਂਟੇਟਿਵ ਦੇ ਨਾਲ ਅਨਡਿਊਲੀ, ਜਿੱਥੇ ਤੁਸੀਂ ਗਲਤ ਫੁਟਿੰਗ ਤੇ ਹੋ, ਗਲਤ ਵਿਕਟ ਤੇ ਖੜੇ ਹੋ, ਤੁਹਾਨੂੰ ਪਤਾ ਨਹੀਂ ਆਪਣੇ ਤੱਥ ਕੀ ਹੈਗੇ ਨੇ। ਹੁਣ ਆ ਜਿਹੜਾ ਕੇਸ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਾਹਲ ਦੇ ਤਬਾਦਲੇ ਦਾ, ਇਸ ਦੇ ਵਿੱਚ ਗਵਰਨਰ ਨੂੰ ਲਿਖਣਾ ਪਏਗਾ ਕਿ ਤੁਹਾਡੇ ਅਫਸਰ ਦਾ ਗ੍ਰੋਸ ਮਿਸਕੰਡਕਟ ਹੈ। ਮਿਸਕੰਡਕਟ ਸ਼ਬਦ ਦੀ ਵਰਤੋਂ ਇੱਕ ਰਾਜਪਾਲ ਜਦੋਂ ਕਰ ਲੈਂਦਾ, ਹੁਣ ਤੁਸੀਂ ਇਹ ਸੂਰਤ ਹਾਲ ਸਮਝੋ, ਇਹ ਗੱਲ ਨੇ ਕਿੱਥੇ ਵਧਣਾ ਹੈ। ਕਿਤੇ ਤਾਂ ਇਹ ਮਾਮਲਾ ਸੀਗਾ ਵੀ ਚਲੋ ਪੰਜਾਬ ਦੇ ਜਿਹੜੇ IPS ਕਾਡਰ ਦੇ ਅਧਿਕਾਰੀ ਜੋ ਕਿ ਹੁਣ ਸ਼ਾਇਦ DIG ਰੈਂਕ ਤੇ ਪਹੁੰਚ ਚੁੱਕੇ ਹੈਗੇ ਨੇ, SSP ਜੋ ਚੰਡੀਗੜ੍ਹ ਸਨ, ਉਹਨਾਂ ਨੂੰ ਪ੍ਰੀਮੇਚੋਰਲੀ ਚੰਡੀਗੜ੍ਹ ਦੀ ਆਪਣੀ ਜਿਹੜੀ ਪੋਸਟਿੰਗ ਹੈ ਉੱਥੋਂ ਵਾਪਸ ਬੁਲਾ ਲਿਆ ਜਾਂਦਾ ਡੈਪੂਟੇਸ਼ਨ ਤੋਂ। ਮਾਮਲਾ ਇੱਥੇ ਤੱਕ ਸੀਗਾ, ਲੇਕਿਨ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਨੇ ਇਸ ਨੂੰ ਐਸਕੇਲੇਟ ਕੀਤਾ, ਉਹ ਵੀ ਅਨਫਾਊਂਡਡ, ਅਨਗਰਾਊਂਡਡ, ਅਨਸਬਸਟੈਂਸ਼ੀਏਟਡ ਸੂਚਨਾ ਦੇ ਆਧਾਰ ਉੱਤੇ, ਅੱਧੀ ਕੱਚੀ ਪੱਕੀ ਜਾਣਕਾਰੀ ਅਫਸਰਾਂ ਤੋਂ ਲਏ ਬਗੈਰ ਹੀ ਤੁਸੀਂ ਭਗਵੰਤ ਮਾਨ ਨੇ ਕੀਤਾ, ਜਾਂ ਉਹਨਾਂ ਦੇ ਪਿੱਛੇ ਕੋਈ ਹੋਰ ਅਜਿਹੀ ਟੀਮ ਹੈ ਜੋ ਕਿ ਹਰ ਚੀਜ਼ ਨੂੰ ਇੱਕ ਸਿਆਸੀ ਨੈਰੇਟਿਵ ਦੇਣਾ ਚਾਹੁੰਦੀ ਹੈ, ਡਿਸਕੋਰਸ। ਕਿਉਂਕਿ ਸਰਕਾਰ ਦੇ ਕੰਮਕਾਜ ਜਿਹੜਾ ਫੰਕਸ਼ਨਿੰਗ ਹੈ ਉਹ ਸੀਰੀਅਸ ਬਿਜ਼ਨਸ ਹੈ, ਉਹ ਕੋਈ ਮਜ਼ਾਕ ਨਹੀਂ ਚੱਲ ਰਿਹਾ ਹੁੰਦਾ। ਚੀਜ਼ਾਂ ਰਿਕਾਰਡ ਤੇ ਹੁੰਦੀਆਂ ਨੇ, ਉਹਨਾਂ ਦੇ ਡਾਕੂਮੈਂਟੇਸ਼ਨ ਹੋਈ ਹੁੰਦੀ ਹੈ, ਬਾਕਾਇਦਾ ਕੋਈ ਚੀਜ਼ਾਂ ਹੋਣਗੀਆਂ ਜਿਹਦੇ ਚੱਲਦੇ ਚੰਡੀਗੜ੍ਹ ਦੇ SSP ਨੂੰ ਐਡਾ ਸੌਖਾ ਨਹੀਂ ਸੀ। ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ। ਮਤਲਬ ਚੰਡੀਗੜ੍ਹ ਦਾ ਜਿੱਦਾਂ ਵੀ ਹਿਸਟਰੀ ਰਹੀ ਹੈ, ਉਹਦੇ ਵਿੱਚ ਪੰਜਾਬ ਦਾ SSP ਜਿਹੜਾ ਆਉਂਦਾ ਉਲਟਾ 3 ਸਾਲ ਦੀ ਟਰਮ ਹੁੰਦੀ ਹੈ, ਲੇਕਿਨ 5-5 ਸਾਲ ਆ। ਗੌਰਵ ਯਾਦਵ ਜਿਹੜੇ ਪੰਜਾਬ ਦੇ DGP ਮੌਜੂਦਾ ਹੈਗੇ ਨੇ, ਇਹ ਚੰਡੀਗੜ੍ਹ ਦੇ ਵਿੱਚ ਆਪਣੀ ਟਰਮ ਤੋਂ ਕਈ ਸਾਲ ਵੱਧ SSP ਰਹਿ ਗਏ, ਇਹਨਾਂ ਦੀ ਐਕਸਟੈਂਸ਼ਨ ਹੋ ਜਾਂਦੀ ਸੀ। ਇਸ ਤਰੀਕੇ ਨਾਲ ਹੋਰ ਵੀ ਸ਼ਾਇਦ ਨੌਨਿਹਾਲ ਸਿੰਘ ਵੀ ਅਜਿਹੇ, ਕਿਉਂਕਿ ਚੰਡੀਗੜ੍ਹ ਦਾ SSP ਇੱਕ ਅਜਿਹੀ ਪੋਸਟਿੰਗ ਹੈ ਜਿਸ ਨੂੰ ਇੱਕ ਬਹੁਤ ਹੀ ਪਲਮ ਪੋਸਟਿੰਗ ਮੰਨਿਆ ਜਾਂਦਾ ਹੈ। ਇਹ ਮਤਲਬ ਆਪਾਂ ਥੋੜੀ ਜਿਹੀ ਦੂਸਰੀ ਭਾਸ਼ਾ ਵਰਤੀਏ ਤਾਂ ਉਸ ਦੇ ਵਿੱਚ ਇਹਨੂੰ ਮਲਾਈਦਾਰ ਇੱਕ ਪੋਸਟਿੰਗ ਮੰਨਿਆ ਜਾਂਦਾ ਹੈ, ਕਿਉਂਕਿ ਇੱਕ ਪ੍ਰੈਸਟੀਜੀਅਸ ਵੀ ਹੈ ਕਿ ਚੰਡੀਗੜ੍ਹ ਦਾ SSP ਹੋਣਾ, ਜਿੱਥੇ ਕਿ 3 ਸੂਬਿਆਂ ਦੀ ਸਰਕਾਰਾਂ ਨੇ, ਲੇਕਿਨ ਉਸ ਦਾ ਜਿਹੜਾ ਪੁਲਿਸ ਦਾ ਮੁਖੀ ਹੈ ਉਹ ਪੰਜਾਬ ਦਾ ਹੀ IPS ਅਫਸਰ ਹੈ। ਸੋ ਅਫਸਰ ਜਿਹੜੇ ਕਿ DIG ਰੈਂਕ ਤੇ ਪ੍ਰਮੋਟ ਹੋਣ ਤੋਂ ਬਾਅਦ ਵੀ 1.5 2 ਸਾਲ ਚੰਡੀਗੜ੍ਹ ਦੇ SSP ਲੱਗੇ ਰਹਿੰਦੇ ਨੇ, ਛੋਟੇ ਰੈਂਕ ਉੱਤੇ ਲੱਗੇ ਰਹਿੰਦੇ ਨੇ, ਕਿਉਂਕਿ ਉਸ ਦੀ ਪ੍ਰੈਸਟੀਜ ਉਸ ਚੀਜ਼ ਨਾਲ ਜੁੜੀ ਹੋਈ ਹੈ। ਸੋ ਕਿਸੇ ਵੀ IPS ਅਫਸਰ ਨੂੰ ਏਦਾਂ ਹਟਾਇਆ ਜਾਣਾ ਤਾਂ ਬਿਲਕੁਲ ਇੰਪੋਸੀਬਲ ਹੀ ਹੈ, ਜੇ ਆਪਾਂ ਟੈਕਨੀਕਲੀ ਲੀਗਲੀ ਸਮਝੀਏ। ਐਵੇਂ ਨਹੀਂ ਹੈ ਕਿ ਬਿਨਾਂ ਕਿਸੇ ਕਾਰਨ ਤੋਂ ਹੀ ਕਿਸੇ SSP ਨੂੰ ਹਟਾਤਾ ਜਾਏਗਾ। ਸੋ ਇਸ ਕੇਸ ਦੇ ਵਿੱਚ ਕੁਝ ਬੇਨਿਯਮੀਆਂ ਹੋਈਆਂ, ਕੁਝ ਅਜਿਹੀਆਂ ਗੜਬੜਾਂ ਰਹੀਆਂ ਹੋਣਗੀਆਂ ਜਿਹਦਾ ਹਲੇ ਖੁਲਾਸਾ ਨਹੀਂ ਕੀਤਾ, ਲੇਕਿਨ ਗਵਰਨਰ ਨੇ ਜਦ ਗੱਲ ਹੀ ਕਲੀਅਰ ਕਰਤੀ ਆਪਣੀ ਚਿੱਠੀ ਵਿੱਚ ਕਿ ਇੱਕ ਮਿਸਕੰਡਕਟ ਦੀ ਜਿਹੜੀ ਪੜਤਾਲ ਉਹਨਾਂ ਨੇ ਆਪਣੇ ਪੱਧਰ ਉੱਤੇ ਕਰਾਈ। ਇਹ ਵੀ ਦੇਖੋ ਭਗਵੰਤ ਮਾਨ ਦੀ ਸਰਕਾਰ ਉੱਤੇ ਜਾਂ ਭਗਵੰਤ ਮਾਨ ਬਤੌਰ ਇੱਕ ਗ੍ਰਹਿ ਮੰਤਰੀ ਉੱਤੇ ਵੀ ਇੱਕ ਸਵਾਲ ਹੈ ਕਿ ਤੁਹਾਡੇ ਜਿਹੜੇ ਅਫਸਰ ਚੰਡੀਗੜ੍ਹ 'ਚ ਦੇ ਤੈਨਾਤੀ ਹੈ, ਉੱਥੇ ਕੁਝ ਮਿਸਕੰਡਕਟ ਕਰਦੇ ਪਏ ਨੇ ਤੇ ਉਹਨਾਂ ਦੀ ਪੜਤਾਲਾਂ ਇਸ ਵਕਤ ਗਵਰਨਰ ਨੂੰ ਕਰਾਉਣੀਆਂ ਪੈ ਰਹੀਆਂ ਨੇ। ਹਾਲਾਂਕਿ ਐਡਮਿਨਿਸਟ੍ਰੇਟਰ ਹੈਗੇ ਨੇ, ਉਹਨਾਂ ਕੋਲ ਪੂਰੀ ਦੀ ਪੂਰੀ ਸਮਰੱਥਾ ਹੈ ਬਨਵਾਰੀ ਲਾਲ ਪੁਰੋਹਿਤ ਕੋਲ, ਉਹ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਹੋਣ ਦੇ ਨਾਤੇ ਪੂਰਾ ਦਾ ਪੂਰਾ ਉਹਨਾਂ ਦਾ ਕੰਟਰੋਲ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਉੱਤੇ। ਹੀ ਇਜ਼ ਦਾ ਅਥਾਰਟੀ ਇਨ ਚੰਡੀਗੜ੍ਹ, ਉਹ ਫਿਗਰ ਹੈਡ ਨਹੀਂ ਗਵਰਨਰ ਵਾਂਗ, ਲੇਕਿਨ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਪੱਕੇ ਨੇ। ਸੋ ਲੇਕਿਨ ਸਾਡੀ ਸਰਕਾਰ ਨੂੰ ਪਤਾ ਹੀ ਨਹੀਂ ਵੀ ਇਹਨਾਂ ਦੇ ਅਫਸਰ ਕਰ ਕੀ ਰਹੇ ਨੇ, ਤੇ ਜਦੋਂ ਪਤਾ ਨਹੀਂ ਉਹ ਵੱਖਰੀ ਗੱਲ ਹੈ। ਜਦੋਂ ਚੀਜ਼ਾਂ ਸਾਰੇ ਅਫੀਸ਼ੀਅਲ ਲੂਪ ਚੋਂ ਘੁੰਮ ਚੁੱਕੀਆਂ ਨੇ, ਇੱਕ ਪ੍ਰੋਟੋਕੋਲ ਦੇ ਤਹਿਤ ਸਾਰੀ ਗੱਲਾਂ ਬਾਤਾਂ ਹੋ ਕੇ ਚੀਫ ਸਕੱਤਰ ਤੱਕ ਨੂੰ ਜਾਣੂ ਕਰਾਤਾ ਗਿਆ, ਉਸ ਤੋਂ ਬਾਅਦ ਮੁੱਖ ਮੰਤਰੀ ਇਸ ਤਰੀਕੇ ਦੀਆਂ ਅਨਫਾਊਂਡਡ ਗੱਲਾਂ ਕਰ ਰਿਹਾ, ਆਪਣਾ ਮਜ਼ਾਕ ਉਡਵਾ ਰਿਹਾ, ਇਹ ਇੱਕ ਬਹੁਤ ਮੰਦਭਾਗੀ ਗੱਲ ਹੈ। ਤੇ ਸਵਾਲ ਇਹ ਵੀ ਹੈ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਤੇ ਕੌਣ ਕਰਵਾ ਰਿਹਾ? ਕਿ ਮੁੱਖ ਮੰਤਰੀ ਨੂੰ ਨੀਵਾਂ ਦਿਖਾਉਣ ਲਈ ਕੀ ਕੀਤਾ ਜਾ ਰਿਹਾ ਹੈ? ਪਿੱਛੇ ਦੀਆਂ ਤਾਕਤਾਂ ਕੁਝ ਹੋਰ ਨੇ। ਹੁਣ ਇਹ ਵੀ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ। ਜੋ ਆਮ ਆਦਮੀ ਪਾਰਟੀ ਨੇ ਡਿਫੈਂਸ ਲਿਆ, ਉਹਨਾਂ ਨੂੰ ਕਿਹਾ ਹੈ ਵੀ ਉਹਨਾਂ ਨੂੰ ਗੱਲੀ ਬਾਤੀ ਜਾਂ ਫੋਨ ਤੇ ਨਹੀਂ ਦੱਸਣਾ ਚਾਹੀਦਾ ਸੀ, ਲਿਖਤੀ ਰੂਪ 'ਚ ਸਾਨੂੰ ਭੇਜਣਾ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਵੀ ਸਾਨੂੰ ਪੈਨਲ ਭੇਜੋ। ਇਹ ਤੁਹਾਨੂੰ ਗੱਲ ਕਿੱਥੇ ਤੱਕ ਜਸਟੀਫਾਈਡ ਲੱਗਦੀ ਹੈ ਆਮ ਆਦਮੀ ਪਾਰਟੀ ਜੋ ਹੁਣ ਡਿਫੈਂਸ 'ਚ ਕਹਿ ਰਹੀ ਹੈ? ਦੇਖੋ ਜੀ, ਆਮ ਆਦਮੀ ਪਾਰਟੀ ਡਿਫੈਂਸ 'ਚ ਮਲਵਿੰਦਰ ਸਿੰਘ ਕੰਗ ਸਾਹਿਬ ਜਾਂ ਉਹਨਾਂ ਦੇ ਜਿਹੜੇ ਵੀ ਪ੍ਰਵਕਤਾ ਹੈਗੇ ਨੇ, ਕੀ ਕਹਿ ਰਹੇ ਨੇ ਕੀ ਨਹੀਂ ਕਹਿ ਰਹੇ ਨੇ, ਜਦੋਂ ਤੁਹਾਡਾ ਮੁੱਖ ਮੰਤਰੀ ਹੀ ਬਿਆਨ ਦੇਣ ਤੋਂ ਪਹਿਲਾਂ ਸੋਚ ਨਹੀਂ ਰਿਹਾ, ਜਾਂ ਮੁੱਖ ਮੰਤਰੀ ਨੂੰ ਚੀਜ਼ਾਂ ਦਾ ਪਤਾ ਨਹੀਂ, ਤੱਥਾਂ ਦਾ ਨਹੀਂ ਜਦੋਂ ਪਤਾ, ਜਦੋਂ ਤੁਸੀਂ ਤੱਥਾਂ ਤੋਂ ਬਗੈਰ ਗੱਲ ਕਰ ਰਹੇ ਹੋ, ਉਸ ਸਥਿਤੀ ਦੇ ਵਿੱਚ ਤੁਹਾਡੇ ਇਹ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ। ਤੁਸੀਂ ਆਪਣੀ ਫੇਸ ਸੇਵਿੰਗ ਕਰ ਰਹੇ ਹੋ, ਲੋਕਾਂ ਨੂੰ ਜਿੰਨਾ ਤੁਸੀਂ ਬੇਵਕੂਫ ਬਣਾਉਣਾ ਬਣਾਈ ਚੱਲੋ। ਇਸ ਤਰੀਕੇ ਦੀ ਮੈਂ ਤਾਂ ਕਹਿੰਦਾ ਹਲਕੀ ਬਿਆਨਬਾਜ਼ੀ ਹੈ। ਮੈਂ ਨਾ ਮੰਨੂ ਵਾਲੀ ਗੱਲ ਹੈ ਵੀ ਮੈਂ ਮੰਨਣਾ ਹੀ ਨਹੀਂ, ਮੇਰੇ ਤੋਂ ਗਲਤੀ ਹੋਈ ਹੈ ਨਾ, ਉਹ ਚੀਜ਼ ਬਿਲਕੁਲ ਗਲਤ ਹੋ ਜਾਂਦੀ ਹੈ। ਵੀ ਝਲਕ ਰਿਹਾ ਪੋਲਿਟਿਕਸ ਦਾ, ਜਿਹੜਾ ਇਨਐਕਸਪੀਰੀਅੰਸ ਹੈ, ਪਹਿਲੀ ਵਾਰ ਸਰਕਾਰ ਬਣਾਈ ਹੈਗੀ ਹੈ, ਬਹੁਮਤ ਬਹੁਤ ਜ਼ਿਆਦਾ ਸੀਗਾ, ਬਹੁਤ ਵੱਡਾ ਮੈਂਡੇਟ ਮਿਲਿਆ, ਕਿਤੇ ਨਾ ਕਿਤੇ ਸਿਆਸੀ ਇਨਐਕਸਪੀਰੀਅੰਸ ਸਰਕਾਰ ਚਲਾਉਣ ਦਾ ਉਹ ਵੀ ਝਲਕ ਰਿਹਾ। ਦੇਖੋ ਚਲੋ, ਇਨਐਕਸਪੀਰੀਅੰਸ ਝਲਕ ਰਿਹਾ ਹੈ, ਉਹ ਤਾਂ ਸਾਫ਼ ਦਿਖ ਹੀ ਰਿਹਾ ਹੈ। ਠੀਕ ਗੱਲ ਹੈ ਤੁਹਾਡੀ, ਇਨਐਕਸਪੀਰੀਅੰਸ ਹੈ, ਲੇਕਿਨ ਇਨਐਕਸਪੀਰੀਅੰਸ ਨੂੰ ਮੈਂ ਇੰਨਾ ਮਾੜਾ ਨਹੀਂ ਮੰਨਦਾ। ਐਕਸਪੀਰੀਅੰਸਡ ਸਰਕਾਰਾਂ ਨੇ, ਲੀਡਰਾਂ ਨੇ, ਮੁੱਖ ਮੰਤਰੀਆਂ ਨੇ ਸਾਡੇ ਪੰਜਾਬ ਲਈ ਕੀ ਕਰਤਾ, ਇਹ ਵੀ ਸਾਡੇ ਸਾਹਮਣੇ ਹੀ ਹੈ। ਉਲਟਾ ਐਕਸਪੀਰੀਅੰਸ ਵੀ ਕਿਸ ਚੀਜ਼ ਦਾ ਹੈਗਾ? ਜੇ ਪੰਜਾਬ ਦੇ 5-5 6-6 ਵਾਰ ਮੁੱਖ ਮੰਤਰੀ ਬਣ ਕੇ ਵੀ ਪਰਨਾਲਾ ਉੱਥੇ ਦਾ ਉੱਥੇ ਹਾਲਾਤ ਵੱਧ ਤੋਂ ਬੱਤਰ ਹੋਣ, ਤਾਂ ਫਿਰ ਐਕਸਪੀਰੀਅੰਸ ਨੂੰ ਕਰਨਾ ਵੀ ਕੀ ਹੈ? ਲੇਕਿਨ ਮੁੱਦਾ ਐਕਸਪੀਰੀਅੰਸ ਦਾ ਨਹੀਂ, ਮੁੱਦਾ ਹੈ ਢੀਠ ਹੋਣ ਦਾ। ਤੁਸੀਂ ਕਿੰਨੇ ਕੁ ਢੀਠ ਹੋ ਸਕਦੇ ਹੋ, ਤੁਸੀਂ ਕਿੰਨੇ ਕੁ ਫਸ ਸਕਦੇ ਹੋ? ਇਹਨਾਂ ਨੇ ਜਿਵੇਂ ਕਹਿੰਦਾ ਆਮ ਆਦਮੀ ਪਾਰਟੀ ਦਾ ਜਿਹੜਾ ਨੋਮਨਕਲੇਚਰ ਹੈ ਆਮ, ਹੁਣ ਇਹ ਗਵਰਨੈਂਸ ਜਿਹੜੀ ਹੈ, ਸਰਕਾਰ ਚਲਾਉਣ ਦਾ ਜਿਹੜਾ ਪੂਰਾ ਦਾ ਪੂਰਾ ਪ੍ਰਕਿਰਿਆ ਪ੍ਰੋਸੈਸ ਹੈ, ਇਸ ਨੂੰ ਤੁਸੀਂ ਸੜਕਾਂ ਦੇ ਉੱਤੇ ਨਾ ਉਤਾਰੋ।
ਉਸ ਤਰੀਕੇ ਦੀ ਹਲਕੀ ਸ਼ਬਦਾਵਲੀ ਜਾਂ ਹਲਕੇ ਬਿਆਨਬਾਜ਼ੀ ਦੇ ਵਿੱਚ ਇਹ ਸਾਰੀਆਂ ਬੜੀਆਂ ਸੀਰੀਅਸ ਗੱਲਾਂ ਬਾਤਾਂ ਨੂੰ, ਡਾਇਮੈਂਸ਼ਨਸ ਨੂੰ ਤੁਸੀਂ ਲਿਆ ਕੇ ਰੱਖ ਦੇਣਾ ਚਾਹੁੰਦੇ ਹੋ। ਤੇ ਆ ਜਿਹੜਾ ਚੰਡੀਗੜ੍ਹ ਦੇ ਐਸਐਸਪੀ ਦਾ ਜਿਹੜਾ ਕੇਸ ਹੈ, ਤੁਸੀਂ ਇਸ ਚੀਜ਼ ਨੂੰ ਇਹ ਛੱਡ ਦੋ ਵੀ ਮੁੱਖ ਮੰਤਰੀ ਨੇ ਕੀ ਕਿਹਾ, ਗਵਰਨਰ ਨੇ ਉਹਦਾ ਕੀ ਜਵਾਬ ਦਿੱਤਾ, ਇਹ ਤਾਂ ਚਲੋ ਸਾਡੇ ਤੁਹਾਡੇ ਲਈ, ਮੀਡੀਆ ਲਈ, ਲੋਕਾਂ ਲਈ ਕਹਿਣ ਸੁਣਨ ਦੀਆਂ ਚਰਚਾਵਾਂ ਨੂੰ ਥੋੜਾ ਜਿਹਾ ਆਪਾਂ ਕਹਿ ਸਕਦੇ ਵੀ ਮਸਾਲਾ ਲਾ ਕੇ ਵੀ ਰੱਖਿਆ ਵੀ ਜਾਂਦਾ ਤੇ ਹੁੰਦੀਆਂ ਵੀ ਨੇ। ਲੇਕਿਨ ਅਸਲ ਗੱਲ ਸਮਝੋ ਕਿ ਕੀ ਹੈ ਵੀ ਪੰਜਾਬ ਦਾ ਇੱਕ ਆਈਪੀਐਸ ਅਫਸਰ ਹੈ ਜਿਸ ਉੱਤੇ ਪੰਜਾਬ ਦਾ ਰਾਜਪਾਲ, ਚੰਡੀਗੜ੍ਹ ਦਾ ਪ੍ਰਸ਼ਾਸਕ ਇਹ ਕਹਿ ਰਿਹਾ ਕਿ ਇਸਨੇ ਮਿਸਕੰਡਕਟ ਕੀਤਾ, ਤੇ ਜੇ ਮਿਸਕੰਡਕਟ ਕੀਤਾ ਉਸ ਅਫਸਰ ਨੇ ਤਾਂ ਫਿਰ ਉਸਨੂੰ ਪੰਜਾਬ 'ਚ ਕੀ ਕਰਨ ਭੇਜ ਰਹੇ ਹੋ ਤੁਸੀਂ? ਹੁਣ ਇਹ ਕਿਸੇ ਨੇ ਅੱਜ ਤੱਕ ਸਵਾਲ ਨਹੀਂ ਚੁੱਕਿਆ। ਆਮ ਆਦਮੀ ਪਾਰਟੀ ਨੂੰ ਜਿਹੜਾ ਸਵਾਲ ਚੁੱਕਣਾ ਚਾਹੀਦਾ ਸੀ ਗਵਰਨਰ ਦੇ ਉੱਤੇ ਵੀ ਤੁਸੀਂ ਪੰਜਾਬ ਦੇ ਰਾਜਪਾਲ ਹੋ, ਤੁਸੀਂ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਹੋ, ਤੁਹਾਡੇ ਸਾਹਮਣੇ ਇੱਕ ਬੇਨਿਯਮੀ ਕੀਤੀ ਅਫਸਰ ਨੇ, ਉਸਨੇ ਕੋਈ ਮਿਸਕੰਡਕਟ ਕੀਤਾ ਤੇ ਤੁਸੀਂ ਚਿੱਠੀ ਵਿੱਚ ਸਾਨੂੰ ਲਿਖ ਕੇ ਦੇ ਰਹੇ ਹੋ ਕਿ ਇਸ ਅਫਸਰ ਨੇ ਮਿਸਕੰਡਕਟ ਕੀਤਾ। ਜਿਹੜਾ ਅਫਸਰ ਚੰਡੀਗੜ੍ਹ ਦੇ ਵਿੱਚ ਮਿਸਕੰਡਕਟ ਕਰ ਰਿਹਾ ਹੈ ਉਹ ਆਈਪੀਐਸ ਅਫਸਰ ਹੈ, ਉਹ ਪੰਜਾਬ ਜਾ ਕੇ ਕੀ ਕਰੇਗਾ? ਮੈਂ ਇਹ ਸਮਝਣਾ ਚਾਹਾਂਗਾ ਵੀ ਗਵਰਨਰ ਤੋਂ ਵੀ ਸਵਾਲ ਹੈ ਤੇ ਇਹ ਆਮ ਆਦਮੀ ਪਾਰਟੀ ਦੇ ਥਿੰਕ ਟੈਂਕ ਦੇ ਉੱਤੇ ਮੈਨੂੰ ਤਰਸ ਆਉਂਦਾ ਹੈ ਵੀ ਇਹਨਾਂ ਨੇ ਜੇ ਡਿਬੇਟ ਕਰਨੀ ਹੈ, ਆਰਗੂਮੈਂਟ ਦੇ ਵਿੱਚ ਕਿਸੇ ਨੂੰ ਘੁਮਾਉਣਾ ਹੀ ਹੈ ਫॉर द ਸੇਕ ਆਫ ਆਰਗੂਮੈਂਟ, ਤਾਂ ਫਿਰ ਘੱਟੋ ਘੱਟ ਲੌਜਿਕ ਤਾਂ ਆਪਣੇ ਚੱਜ ਦੇ ਲੈ ਲਓ। ਮੈਂ ਐਜ਼ ਐਨ ਇੰਡੀਵਿਜੂਅਲ, ਐਜ਼ ਏ ਪੱਤਰਕਾਰ, ਮੇਰਾ ਇਹ ਸਵਾਲ ਹੈ, ਪੰਜਾਬ ਦੇ ਗਵਰਨਰ ਸਾਹਿਬ ਤੋਂ ਸਵਾਲ ਹੈ। ਮੁੱਖ ਮੰਤਰੀ ਤੋਂ ਤਾਂ ਮੈਂ ਇਸ ਜੋਗਾ ਉਹਨਾਂ ਨੂੰ ਮੰਨਦਾ ਨਹੀਂ ਵੀ ਮੈਂ ਉਹਨਾਂ ਨੂੰ ਕਹਾਂ ਜਾਂ ਸਲਾਹ ਦਾਂ, ਉਹਨਾਂ ਕੋਲ ਬੜੇ ਵੱਡੇ ਸਲਾਹਕਾਰ ਬੈਠੇ ਹੋਣਗੇ ਜਿਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਸਲਾਹਾਂ ਦੇਣ ਦੀਆਂ। ਲੇਕਿਨ ਪੰਜਾਬ ਦੇ ਰਾਜਪਾਲ ਤੋਂ ਆਪਾਂ ਇਹ ਸਵਾਲ ਕੀ ਨਾ ਪੁੱਛੀਏ ਕਿ ਇੱਕ ਮਿਸਕੰਡਕਟ ਕਰਨ ਵਾਲਾ ਆਈਪੀਐਸ ਅਫਸਰ ਜਿਸ ਦੇ ਖਿਲਾਫ ਤੁਸੀਂ ਕਾਰਵਾਈ ਕਰਨੀ ਸੀ, ਉਸਨੇ ਕਿਹੜੀ ਬੇਨਿਯਮੀ ਕੀਤੀ, ਇਸ ਚੀਜ਼ ਨੂੰ ਸਪੈਸੀਫਾਈ ਕਰਕੇ ਉਸ ਉੱਤੇ ਐਕਸ਼ਨ ਲਿਆ ਜਾਂਦਾ। ਐਂਡ ਯੂ ਆਰ ਐਮਪਾਵਰਡ ਐਜ਼ ਏ ਗਵਰਨਰ। ਤੁਸੀਂ ਕਹਿ ਰਹੇ ਹੋ ਜੀ ਤੁਸੀਂ ਉਹਨੂੰ ਚੰਡੀਗੜ੍ਹ ਦੇ ਵਿੱਚ ਅਸੀਂ ਵਾਪਸ ਰਿਲੀਵ ਕਰ ਰਹੇ ਹਾਂ। ਰਿਲੀਵ ਕਰਕੇ ਮਤਲਬ ਚੰਡੀਗੜ੍ਹ ਦਾ ਜਿਹੜਾ ਨਜ਼ਲਾ ਹੈ ਜਾਂ ਚੰਡੀਗੜ੍ਹ ਦਾ ਜਿਹੜਾ ਬੋਝ ਸੀ, ਆਪਾਂ ਇਸ ਤਰੀਕੇ ਨਾਲ ਮੰਨਾਂਗੇ। ਹਾਲਾਂਕਿ ਮੈਂ ਨਹੀਂ ਮੰਨਦਾ ਜਾਂ ਮੈਂ ਇਸ ਚੀਜ਼ ਬਾਰੇ ਕੋਈ ਤਸਦੀਕ ਨਹੀਂ ਕਰਦਾ, ਲੇਕਿਨ ਕਿਉਂਕਿ ਗਵਰਨਰ ਨੇ ਲਿਖਿਆ ਕਿ ਇੱਕ ਮਿਸਕੰਡਕਟ, ਇੱਕ ਆਚਰਣ ਦੀ ਜਿਹੜੀ ਦਿੱਕਤ ਹੈਗੀ ਹੈ, ਅਫਸਰ ਨੇ ਕੁਝ ਅਜਿਹਾ ਕੰਮ ਕੀਤਾ ਹੈ ਜਿਸ ਦੇ ਚੱਲਦੇ ਉਸ ਨੂੰ ਐਡੀ ਪ੍ਰੋਮੀਨੈਂਟ, ਐਡੀ ਪ੍ਰੈਸਟੀਜੀਅਸ ਪੋਸਟਿੰਗ ਤੋਂ ਹਟਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਉਸ ਦੇ ਬਾਵਜੂਦ ਕੀ ਤੁਹਾਡੀ ਜਿਹੜੀ ਜ਼ਿੰਮੇਵਾਰੀ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਹੋਣ ਦੇ ਨਾਤੇ ਵੱਧ ਹੈ ਤੇ ਪੰਜਾਬ ਦੇ ਗਵਰਨਰ ਹੋਣ ਦੇ ਨਾਤੇ ਘੱਟ ਹੈ? ਕੀ ਪੰਜਾਬ ਦੀ ਜਿਹੜੀ ਜਨਤਾ ਹੈ ਇਸ ਤਰੀਕੇ ਦੇ ਜਿਹੜੇ ਅਫਸਰਾਂ ਨੂੰ ਝੱਲ ਸਕਦੀ ਹੈ? ਆਲਰੇਡੀ ਪੰਜਾਬ ਜਿਸ ਦੀ ਕਿ ਪੁਲਿਸ ਨੂੰ ਇੰਨੀਆਂ ਚੁਣੌਤੀਆਂ ਨੇ, ਕੀ ਅਜਿਹੇ ਅਫਸਰ ਨੂੰ ਹੁਣ ਲੈਣਾ ਚਾਹੇਗੀ ਜੋ ਕਿ ਚੰਡੀਗੜ੍ਹ ਦੇ ਵਿੱਚ ਕੁਝ ਉਸ ਉੱਤੇ ਇਲਜ਼ਾਮ ਲੱਗਦੇ ਨੇ ਤੇ ਬਿਨਾਂ ਕਿਸੇ ਕਾਰਵਾਈ ਤੋਂ, ਬਿਨਾਂ ਸੁਣਵਾਈ, ਬਿਨਾਂ ਤਕਰੀਰ, ਬਿਨਾਂ ਦਲੀਲ, ਬਿਨਾਂ ਕਿਸੇ ਮੁਕੱਦਮੇ ਜਾਂ ਬਿਨਾਂ ਕਿਸੇ ਜਿਹਨੂੰ ਕਹਿੰਦੇ ਕਿ ਪ੍ਰੋਪਰ ਇਨਵੈਸਟੀਗੇਸ਼ਨ ਜਾਂ ਪ੍ਰੋਪਰ ਪੜਤਾਲ ਹੋਏ, ਤੁਸੀਂ ਉਸ ਅਫਸਰ ਨੂੰ ਪੰਜਾਬ ਭੇਜ ਰਹੇ ਹੋ? ਇੱਥੋਂ ਪਤਾ ਲੱਗਦਾ ਵੀ ਅਸੀਂ ਅਸਲ ਦੀ ਜਿਹੜੀਆਂ ਸਾਡੀ ਗਵਰਨੈਂਸ ਦੇ ਇਸ਼ੂਜ਼ ਨੂੰ ਕਿੰਨੇ ਹਲਕੇ ਤਰੀਕੇ ਨਾਲ ਲੈ ਰਹੇ ਹਾਂ। ਤੇ ਭਗਵੰਤ ਮਾਨ ਹੋਣ ਦਾ ਚਲੋ ਇਹਨਾਂ ਨੂੰ ਜਾਣਕਾਰੀ ਦੀ ਘਾਟ ਹੈ ਜਾਂ ਇਹਨਾਂ ਦੀ ਜਿਹੜੀ ਕਾਲਾਪਨ ਹੈਗਾ ਵੀ ਅਸੀਂ ਜੀ ਖਬਰਾਂ ਬਣਾ ਲਈਏ, ਸੁਰਖੀਆਂ ਬਣਾ ਲਈਏ, ਗਵਰਨਰ ਦੇ ਨਾਲ ਇੱਕ ਵਾਰ ਫੇਰ ਸਿੰਘ ਫਸਾ ਲਈਏ, ਉਹਦੇ ਨਾਲ ਖਬਰਾਂ ਹੋਰ ਬਣ ਜਾਣ। ਇਹਨਾਂ ਦੀ ਤਾਂ ਮਜਬੂਰੀ ਇੱਥੋਂ ਸਮਝ ਆ ਸਕਦੀ ਹੈ, ਇਹਨਾਂ ਦੀ ਤਾਂ ਇਹ ਕਮਜ਼ੋਰੀ ਹੋ ਸਕਦੀ ਹੈ। ਮੈਨੂੰ ਕਹਿੰਦਾ ਵੀ ਬੁੱਧੀਮਤਾ ਦੇ ਪੱਖ ਉੱਤੇ ਇੱਕ ਦਿਵਾਲੀਆਪਨ ਵੀ ਕਹਾਂਗਾ। ਲੇਕਿਨ ਉਧਰ ਦੂਜੇ ਪਾਸੇ ਗਵਰਨਰ ਸਾਹਿਬ ਦਾ ਵੀ ਹਾਲ ਵੇਖ ਲਓ ਵੀ ਜਿਹੜੇ ਉਹ ਕਹਿੰਦੇ ਜਿਹੜੇ ਲਾਹੌਰ ਨਹੀਂ ਚੰਗੇ ਸਾਬਤ ਹੋ ਗਏ, ਉਹ ਪਿਸ਼ੌਰ ਵੀ ਨਹੀਂ ਚੰਗੇ ਸਾਬਤ ਹੋਣਗੇ। ਸੋ ਪੰਜਾਬ ਦੀ ਜਨਤਾ ਜੇ ਡਿਜ਼ਰਵ ਕਰਦੀ ਹੈ ਵੀ ਚੰਡੀਗੜ੍ਹ ਦੇ ਵਿੱਚ ਮਿਸਕੰਡਕਟ ਕਰਨ ਵਾਲੇ ਆਈਪੀਐਸ ਅਫਸਰਾਂ ਨੂੰ ਤੁਸੀਂ ਪੰਜਾਬ ਨੂੰ ਦੇਣਾ ਹੈ, ਤਾਂ ਫਿਰ ਅਜਿਹੀ ਗਵਰਨਰ, ਅਜਿਹੇ ਸੋਚ, ਅਜਿਹੀ ਸਰਕਾਰ, ਅਜਿਹੇ ਸਿਸਟਮ ਦਾ ਰੱਬ ਹੀ ਰੱਖਾ ਹੈ ਜੀ। ਤੇ ਜਿਸ ਤਰ੍ਹਾਂ ਦਾ ਹੁਣ ਜਿਵੇਂ ਤੁਸੀਂ ਸਹੀ ਕਿਹਾ ਵੀ ਅਫਸਰ ਦੇ ਉੱਤੇ ਜੋ ਸਵਾਲ ਖੜੇ ਕੀਤੇ ਆ ਵੀ ਕੋਈ ਇਸ ਚੀਜ਼ ਦੀ ਘੋਖ ਨਹੀਂ ਕਰ ਰਿਹਾ ਵੀ ਮਿਸਕੰਡਕਟ ਕੀ ਹੈ, ਕੀ ਨਹੀਂ ਹੋਣਾ ਚਾਹੀਦਾ, ਪਰ ਐਟ ਦ ਸੇਮ ਟਾਈਮ ਜਿਹੜਾ ਪੋਲੀਟੀਕਲ ਜੇ ਕਹਿ ਲਓ ਵਿਰੋਧੀ ਵੀ ਹੁਣ ਘੇਰਨ ਲੱਗ ਰਿਹਾ। ਇੱਕ ਵਾਰ ਫਿਰ ਤੋਂ ਭਗਵੰਤ ਮਾਨ ਆਪਣੇ ਆਪ ਨੂੰ ਕਿਸੇ ਨਾ ਕਿਸੇ ਕ੍ਰਾਈਸਿਸ 'ਚ, ਪੋਲੀਟੀਕਲ ਕ੍ਰਾਈਸਿਸ 'ਚ ਪਾ ਲੈਂਦੇ ਨੇਗੇ, ਜਿਵੇਂ ਗੋਲਡੀ ਬਰਾੜ ਤੇ ਇਸ਼ੂ ਤੇ ਪਾ ਲਿਆ। ਜਲੰਧਰ ਜੋ ਬੇਘਰ ਹੋਏ ਨੇ ਲੋਕ ਇੰਨੀ ਠੰਡ ਦੇ ਅੰਦਰ, ਉਸ ਦੇ ਉੱਤੇ ਵੀ ਸਰਕਾਰ ਘਿਰੀ ਹੋਈ ਹੈ। ਹੁਣ ਇੱਕ ਗਵਰਨਰ ਨੂੰ ਨਾਲ ਵੀ ਜਦੋਂ ਸਪਸ਼ਟੀਕਰਨ ਆ ਜਾਂਦਾ ਫਿਰ ਤੋਂ ਘਿਰ ਗਏ ਨੇ। ਤਾਂ ਇੱਕ ਤੋਂ ਬਾਅਦ ਇੱਕ ਜਿਹੜਾ ਹੈਗਾ ਸੈਟਬੈਕ ਪੋਲੀਟੀਕਲੀ ਲੱਗ ਰਿਹਾ ਭਗਵੰਤ ਸਿੰਘ ਮਾਨ ਨੂੰ, ਆਮ ਆਦਮੀ ਪਾਰਟੀ ਸਰਕਾਰ ਨੂੰ। ਦੇਖੋ ਜੀ, ਆਈ ਡੋਂਟ ਵਾਂਟ ਟੂ ਸਾਊਂਡ ਲਾਈਕ ਅ ਜਰਨਲਿਸਟ ਜੋ ਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਾਂ ਹਮੇਸ਼ਾ ਕ੍ਰਿਟੀਸਾਈਜ਼ ਹੀ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹਨਾਂ ਦੀ ਦੇਖੋ ਸਰਕਾਰ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ, ਸਾਨੂੰ ਕੋਈ ਦੋਰਾਵਾ ਨਹੀਂ ਉਹਦੇ ਵਿੱਚ। ਭਗਵੰਤ ਮਾਨ ਦੇ ਵੀ ਹੁਣ ਜਿਹੜੇ ਬਿਆਨ ਆ ਰਹੇ, ਹੁਣ ਉਹਨਾਂ ਨੇ ਜਿਹੜਾ ਟੋਲ ਪਲਾਜ਼ਾ ਗਏ ਨੇ ਉਹ ਉੱਥੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ। ਸੋ 14 ਦਸੰਬਰ 2022 ਤੱਕ ਮਿਆਦ ਸੀ। ਇਸ ਮੌਕੇ ਟੋਲ ਪਲਾਜ਼ੇ ਨੇ ਤਾਂ ਛੁੱਟਣਾ ਹੀ ਸੀਗਾ, ਠੀਕ ਹੈ ਨਾ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਯਾਦ ਹੈ ਇੱਕ ਹੋਰ ਟੋਲ ਪਲਾਜ਼ਾ ਜਿਹਦੀ ਮਿਆਦ ਖਤਮ ਹੋ ਜਾਂਦੀ ਹੈ, ਉੱਥੇ ਜਾ ਕੇ ਫਿਰ ਪ੍ਰਚਾਰ ਕੀਤਾ ਜਾਂਦਾ ਸੀ ਕਿ ਅਸੀਂ ਖੋਲਦੇ ਪਏ ਟੋਲ ਪਲਾਜ਼ੇ। ਚਲੋ ਇਹ ਇੱਕ ਹਾਈਪਰਬੋਲ ਹੈ, ਇਸਨੂੰ ਐਗਜ਼ੈਜੂਰੇਸ਼ਨ ਕਹਿ ਸਕਦੇ ਹਾਂ, ਅਤੀਸ਼ੋਕਤੀ ਜਿਹਨੂੰ ਕਿਹਾ ਜਾਂਦਾ ਕਿ ਵਧਾ ਚੜਾ ਕੇ ਗੱਲਾਂ ਕਰ ਰਹੇ ਨੇ, ਸਰਕਾਰਾਂ ਕਰਦੀਆਂ ਨੇ। ਅਨਫੋਰਚੂਨੇਟ ਹੈ, ਨਹੀਂ ਕਰਨਾ ਚਾਹੀਦਾ। ਆਪਣਾ ਅਸਲ ਕੰਮ ਕਰੋ ਤੇ ਤੁਸੀਂ ਕੰਮ ਨਾਲ ਮਤਲਬ ਰੱਖੋ, ਤੁਹਾਡੇ ਸਾਹਮਣੇ ਬਹੁਤ ਚੈਲੰਜਿਸ ਹੈ, ਤੁਸੀਂ ਉਹ ਕੰਮ ਕਰਨੇ ਨੇ। ਲੇਕਿਨ ਜਿਸ ਤਰੀਕੇ ਦੇ ਨਾਲ ਅਸਲ ਮੁੱਦਿਆਂ ਤੋਂ ਤੁਸੀਂ ਭਟਕ ਰਹੇ ਹੋ ਜਾਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਲੋਕ ਅਸਲ ਮੁੱਦੇ ਹੁਣ ਆ ਜਿਹੜਾ ਐਸਐਸਪੀ ਦਾ ਇਹ ਵਿਸ਼ੇ, ਮੈਂ ਵਾਪਸ ਇਸ ਉੱਤੇ ਆਵਾਂਗਾ।
ਤੁਸੀਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਬੜੀਆਂ ਗੱਲਾਂ ਕੀਤੀਆਂ, ਲੇਕਿਨ ਉਸ ਕਤਲ ਦੀ ਅਸਲ ਕਾਰਨਾਂ ਦੇ ਉੱਤੇ ਤੁਸੀਂ ਕਮਿਸ਼ਨ ਕਿਹਾ ਸੀ ਨਹੀਂ ਬਿਠਾ ਪਾਏ। ਸਿਟਿੰਗ ਜੱਜ ਦਾ ਕਮਿਸ਼ਨ ਕਿਹਾ ਸੀ, ਚਲੋ ਨਹੀਂ ਸਿਟਿੰਗ ਜੱਜ ਮਿਲਿਆ, ਤੁਸੀਂ ਕੋਈ ਕਮਿਸ਼ਨ ਹੀ ਨਹੀਂ ਬਿਠਾਇਆ, ਤੁਸੀਂ ਕੋਈ ਇਨਕੁਆਇਰੀ ਨਹੀਂ ਕਰਾਈ। ਤੁਸੀਂ ਸੁਰੱਖਿਆ ਦੇ ਵਿੱਚ ਕੀ ਛੇੜਛਾੜ ਹੋਈ, ਕਿਵੇਂ ਉਸ ਲਿਸਟਾਂ ਲੀਕ ਹੋਈਆਂ, ਕਿਹਨੇ ਕੀਤੀਆਂ, ਉਹਦੀ ਜਵਾਬਦੇਹੀ ਨਹੀਂ ਕਿਸੇ ਨੇ ਤੈਅ ਕੀਤੀ। ਔਨ ਦਾ ਟੌਪ ਆਫ ਇਟ ਇੱਕ ਤੋਂ ਬਾਅਦ ਇੱਕ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਤੁਹਾਡਾ ਆਪਸ ਦੇ ਵਿੱਚ ਤਾਲਮੇਲ ਕਮਿਊਨੀਕੇਸ਼ਨ ਦੇ ਵਿੱਚ ਬੜੇ ਵੱਡੇ ਗੈਪਸ ਨੇ। ਹੁਣ ਆ ਜਿਹੜੀ ਐਸਐਸਪੀ ਵਾਲੀ ਸਥਿਤੀ ਆਈ ਹੈ ਚੰਡੀਗੜ੍ਹ ਦੀ, ਹੁਣ ਲੱਗ ਤਾਂ ਇੰਝ ਰਿਹਾ ਕਿ ਆਪਣੇ ਇੱਕ ਆਈਪੀਐਸ ਅਫਸਰ ਦੀ ਪਿੱਠ ਥਾਪਣ ਦੀ ਕੋਸ਼ਿਸ਼ ਕਰਦੀ ਪਈ ਹੈ ਪੰਜਾਬ ਸਰਕਾਰ, ਲੇਕਿਨ ਇਸੇ ਐਸਐਸਪੀ ਕੁਲਦੀਪ ਸਿੰਘ ਚਹਿਲ ਸਾਹਿਬ ਹੈਗੇ ਨੇ ਜਿਹੜੇ, ਇਹ ਜਦੋਂ ਮੋਹਾਲੀ ਦੇ ਐਸਐਸਪੀ ਸੀ, ਇਫ ਯੂ ਬਿਲੀਵ, ਅੱਜ ਤੋਂ ਕੁਝ ਸਾਲ ਪਹਿਲਾਂ, ਤਾਂ ਮੁਖਤਾਰ ਅੰਸਾਰੀ ਨੂੰ ਵੀ ਜੇਲ੍ਹ ਦੇ ਵਿੱਚ ਲਿਆ ਕੇ ਇੱਕ ਕੇਸ ਰਜਿਸਟਰ ਕੀਤਾ ਗਿਆ ਸੀ। ਇੱਕ ਬਿਲਡਰ ਸੀ ਜਿਸਨੇ ਸ਼ਿਕਾਇਤ ਕੀਤੀ ਸੀ ਕਿ ਮੁਖਤਾਰ ਅੰਸਾਰੀ ਨੇ ਯੂਪੀ ਦੀ ਜੇਲ੍ਹ ਦੇ ਵਿੱਚੋਂ ਬੈਠ ਕੇ ਮੇਰੇ ਤੋਂ ਫਰੌਤੀ ਮੰਗੀ। ਉਸ ਬੇਸ ਉੱਤੇ ਪੰਜਾਬ ਪੁਲਿਸ, ਹੁਣ ਇੱਕ ਬੜਾ ਵੱਡਾ ਇੱਕ ਪਲੈਨਿੰਗ ਸੀਗੀ। ਹੁਣ ਇਸ ਪਲੈਨਿੰਗ 'ਚ ਕੌਣ ਹਿੱਸਾ ਸੀ? ਉਸ ਵਕਤ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ, ਸੁਖਜਿੰਦਰ ਰੰਧਾਵਾ ਪੰਜਾਬ ਦੇ ਜੇਲ੍ਹ ਮੰਤਰੀ ਸੀ, ਮੋਹਾਲੀ ਦੇ ਐਸਐਸਪੀ ਇਹੀ ਕੁਲਦੀਪ ਚਹਿਲ ਸੀ। ਤੇ ਅੱਜ ਉਸ ਕੇਸ ਉੱਤੇ ਇੱਕ ਇਨਵੈਸਟੀਗੇਸ਼ਨ ਚੱਲਦੀ ਪਈ ਹੈ, ਸ਼ਾਇਦ ਇੱਕ FIR ਵਗੈਰਾ ਦਰਜ ਹੋ ਕੇ ਇਹ ਪੂਰਾ ਕੇਸ ਸਭ ਤੋਂ ਪਹਿਲਾਂ ਚੁੱਕਿਆ ਸੀਗਾ ਵੀ ਰੋਪੜ ਦੀ ਜੇਲ੍ਹ ਦੇ ਵਿੱਚ ਮੁਖਤਾਰ ਅੰਸਾਰੀ ਨੂੰ ਤਕਰੀਬਨ ਤੁਸੀਂ 2 ਸਾਲ ਦੇ ਆਸ-ਪਾਸ ਰੱਖਿਆ ਤੇ ਉਸ ਜੇਲ੍ਹ ਦੇ ਵਿੱਚ ਉਸਨੂੰ ਹਰ ਸਹੂਲਤ ਦਿੱਤੀ ਗਈ। ਤੇ ਇੱਕ ਅਜਿਹਾ ਫਰਜ਼ੀ ਕੇਸ ਸੀਗਾ, ਉਹ ਫਰਜ਼ੀ ਕੇਸ ਐਡਾ ਫਰਜ਼ੀ ਸੀ ਕਿ ਉਸ ਬਿਲਡਰ ਨੇ ਕਿਵੇਂ ਉਹ ਸ਼ਿਕਾਇਤ ਕੀਤੀ, ਮੁਖਤਾਰ ਅੰਸਾਰੀ ਨੂੰ ਇੱਕ ਬਹਾਨਾ ਬਣਾ ਕੇ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਤੋਂ ਲਿਆਂਦਾ ਗਿਆ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਸਖਤੀ ਜ਼ਿਆਦਾ ਕਰ ਰਹੀ ਸੀ। ਮੁਖਤਾਰ ਅੰਸਾਰੀ ਨੂੰ 2 ਸਾਲ ਪੰਜਾਬ ਨੇ ਔਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕੇਸ ਲੜਿਆ। ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਨੇ ਆਪਣੇ ਮਹਿੰਗੇ ਉਸ ਵਕਤ ਦੀ ਸਰਕਾਰ ਦੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਨੇ ਵਕੀਲ ਖੜੇ ਕੀਤੇ ਤੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਇਸ ਨੂੰ ਅਸੀਂ ਯੂਪੀ ਦੀ ਜੇਲ੍ਹ ਵਿੱਚ ਜਾਣ ਨਹੀਂ ਦੇਣਾ। ਤੇ ਤੁਹਾਡਾ ਜਿਹੜਾ ਕੇਸ ਸੀਗਾ, ਜਿਹੜਾ ਮੁਖਤਾਰ ਅੰਸਾਰੀ ਆ, ਉਹ ਐਸਐਸਪੀ ਉਸ ਵਕਤ ਕੁਲਦੀਪ ਚਹਿਲ ਸੀਗੇ। ਹੁਣ ਉਸ ਕੇਸ ਦੀ ਇਨਕੁਆਇਰੀ ਚੱਲਦੀ ਪਈ ਹੈ ਵੀ ਕਿਹੜੇ ਉਹ ਕੇਸ ਕਿਹਨੇ ਰਜਿਸਟਰ ਕਰਾਇਆ, ਉਹ ਕੇਸ ਦਾ ਇੱਕ ਬਹਾਨਾ ਬਣਾਇਆ, ਫਿਰ ਮੁਖਤਾਰ ਅੰਸਾਰੀ ਨੂੰ ਲਿਆਂਦਾ, ਉਹ ਸਾਰੀ ਪੜਤਾਲ ਚੱਲ ਰਹੀ ਹੈ ਜੇਲ੍ਹ ਦੇ ਵਿੱਚ। ਤੇ ਉਸ ਵਕਤ ਇਹੀ ਐਸਐਸਪੀ ਸੀ ਤੇ ਅੱਜ ਤੁਸੀਂ ਇਸੇ ਐਸਐਸਪੀ ਨੂੰ ਡਿਫੈਂਡ ਕਰ ਰਹੇ ਹੋ ਚੰਡੀਗੜ੍ਹ ਦੇ ਵਿੱਚ, ਸਿਰਫ ਇਸ ਵਾਸਤੇ ਕਿ ਤੁਸੀਂ ਕੇਂਦਰ ਦਾ ਵਿਰੋਧ ਕਰਨਾ, ਸਿਰਫ ਇਸ ਵਾਸਤੇ ਕਿ ਤੁਸੀਂ ਬਨਵਾਰੀ ਲਾਲ ਪੁਰੋਹਿਤ ਗਵਰਨਰ ਨੂੰ ਥੋੜਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਉਹ ਵੀ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਘੱਟੋ ਘੱਟ ਤੁਸੀਂ ਫੈਕਟਸ ਤਾਂ ਆਪਣੇ ਸਹੀ ਰੱਖੋ, ਆਪਣੇ ਫੈਕਟਸ ਚੈੱਕ ਕਰਕੇ ਤਾਂ ਲੜੋ। ਤੁਸੀਂ ਜਿਸ ਐਸਐਸਪੀ ਦੀ ਲੜਾਈ ਆ ਚੰਡੀਗੜ੍ਹ ਵਿੱਚ ਲੜ ਰਹੇ ਹੋ, ਜਿਸ ਨੂੰ ਤੁਹਾਡਾ ਗਵਰਨਰ ਕਹਿ ਰਿਹਾ ਵੀ ਇਹਦਾ ਕੰਡਕਟ ਠੀਕ ਨਹੀਂ ਹੈ, ਇਹਦੇ ਉੱਤੇ ਕੁਝ ਸੀਰੀਅਸ ਐਲੀਗੇਸ਼ਨਸ ਹੈਗੇ ਨੇ, ਉਸੇ ਐਸਐਸਪੀ ਤੇ ਉਸਦੇ ਨਾਲ ਜੁੜੀ ਹੋਈ ਪੂਰੀ ਦੀ ਪੂਰੀ ਤਫਤੀਸ਼ ਦੇ ਉੱਤੇ ਤੁਸੀਂ ਖੁਦ ਆਪਣੇ ਪਰਚੇ ਦਰਜ ਕਰਾ ਕੇ ਇਨਵੈਸਟੀਗੇਸ਼ਨਾਂ ਕਰ ਰਹੇ ਹੋ। ਸੋ ਤੁਸੀਂ ਖੜੇ ਕਿੱਧਰ ਹੋ, ਇਹ ਚੀਜ਼ ਕਲੀਅਰ ਕਰ ਲਓ। ਤੇ ਐਵੇਂ ਅੱਖਾਂ ਤੇ ਪੱਟੀ ਬੰਨ ਕੇ ਕਹਿਣਾ ਕਿ ਨਹੀਂ ਸਾਡਾ ਆਈਪੀਐਸ ਅਫਸਰ ਹੈ, ਜੇ ਸਾਡਾ ਹੋ ਗਿਆ ਤਾਂ ਕੀ ਗਲਤ ਨਹੀਂ ਹੋ ਸਕਦਾ, ਸਾਡਾ ਹੋ ਜਾਏਗਾ ਤਾਂ ਕੀ ਉਸਨੇ ਕੋਈ ਗੁਨਾਹ ਨਹੀਂ ਕੀਤਾ ਹੋ ਸਕਦਾ, ਉਸਦੀ ਕੋਈ ਗਲਤੀ ਨਹੀਂ ਹੋ ਸਕਦੀ। ਤੇ ਇਸ ਚੀਜ਼ ਨੂੰ ਮੰਨਣ ਦੇ ਵਿੱਚ ਕਾਹਦੀ ਹੈਂਕੜਬਾਜ਼ੀ ਹੈ ਤੇ ਕਾਹਦੀ ਉਹ ਹੈਗੀ ਹੈ। ਸੋ ਇਹ ਚੀਜ਼ਾਂ ਨੂੰ ਸਮਝਣਾ ਪੈਣਾ। ਗਵਰਨੈਂਸ ਇਜ਼ ਅ ਪ੍ਰੀਟੀ ਮਚ ਸੀਰੀਅਸ ਬਿਜ਼ਨਸ, ਇਹ ਜਿਸ ਤਰੀਕੇ ਦੇ ਨਾਲ ਇਹ ਚਲਾ ਰਹੇ ਨੇ, ਮਜ਼ਾਕ ਜਿਹਾ ਬਣ ਕੇ ਬਹਿ ਗਿਆ। ਅਸਲ ਮੁੱਦਿਆਂ ਦੇ ਉੱਤੇ ਨਾ ਤਾਂ ਸਰਕਾਰਾਂ ਆ ਰਹੀਆਂ ਨੇ, ਨਾ ਹੀ ਇਹਨਾਂ ਨੂੰ ਸਹੀ ਪੁਆਇੰਟਸ ਪਤਾ ਨੇ ਕਿੱਥੇ ਕਿਹੜੀ। ਹੁਣ ਇਹੋ ਜਿਹੇ ਪ੍ਰਵਕਤੇ ਜਿਹੜੇ ਬਹਿ ਜਾਂਦੇ ਨੇ ਆਮ ਆਦਮੀ ਪਾਰਟੀ ਦੇ, ਕਿਸੇ ਵੀ ਪਾਰਟੀ ਲਈ ਬਹਿ ਜਾਂਦੇ ਨੇ, ਉਹਨਾਂ ਨੇ ਕਦੇ ਪੁਆਇੰਟ ਤੇ ਗੱਲ ਹੀ ਨਹੀਂ ਕਰਨੀ। ਬੀਜੇਪੀ ਦੀ ਤੁਸੀਂ ਪਰਸੋਂ ਪ੍ਰੈਸ ਕਾਨਫਰੰਸ 1 ਘੰਟੇ ਦੇ ਵਿੱਚ 4 ਰੈਲੇਵੈਂਟ ਸਵਾਲ ਨਹੀਂ ਪੁੱਛੇ ਗਏ। ਮੈਂ ਹੁਣ ਕੀ ਕਹਾਂ, ਜਿਹੜੇ ਸਵਾਲ ਪੁੱਛਣ ਵਾਲੇ ਸੀਗੇ, ਜਿਹੜੇ ਸਵਾਲਾਂ ਦੇ ਜਵਾਬ ਦੇਣੇ ਔਖੇ ਵੀ ਹੋ ਸਕਦੇ ਸੀ, ਲੇਕਿਨ ਇਹ ਜਵਾਬ ਉਹਨਾਂ ਦੇ ਹੁੰਦੇ ਤਾਂ ਚੰਗੀਆਂ ਖਬਰਾਂ ਬਣਨੀਆਂ ਸੀ। ਸੋ ਨਾ ਕੋਈ ਸਵਾਲ ਪੁੱਛ ਕੇ ਰਾਜੀ ਹੈ, ਨਾ ਕੋਈ ਜਵਾਬ ਦੇ ਕੇ ਰਾਜੀ ਹੈ, ਨਾ ਕੋਈ ਸਹੀ ਮੁੱਦੇ ਚੁੱਕ ਕੇ ਰਾਜੀ ਹੈ, ਨਾ ਸਹੀ ਜਿਹੜੇ ਕਿਹਨੂੰ ਕਹਿੰਦੇ ਕਿ ਜਿਹੜੇ ਸਹੀ ਪੁਆਇੰਟਸ ਹੁੰਦੇ ਨੇ ਉਹਨਾਂ ਤੇ ਆ ਕੇ ਰਾਜੀ ਹੈ। ਸੋ ਐਵੇਂ ਪ੍ਰੈਸ ਕਾਨਫਰੰਸਾਂ ਹੋਈ ਜਾਂਦੀਆਂ ਨੇ, ਲੀਡਰ ਇੱਕ ਦੂਸਰੇ ਦੇ ਬਿਆਨ ਜੇ ਛੱਡੀ ਜਾਂਦੇ ਨੇ, ਲੋਕਾਂ ਦਾ ਮੂਰਖ ਬਣ ਰੱਖਿਆ ਹੈ। ਅਸਲ ਦੀ ਕਹਾਣੀ ਕੀ ਹੈ, ਮੈਂ ਜ਼ਿਆਦਾ ਇੰਟਰਸਟਿਡ ਹਾਂ ਵੀ ਅੱਜ ਕੁਲਦੀਪ ਚਹਿਲ ਦੇ ਖਿਲਾਫ ਜਿਹੜੇ ਐਲੀਗੇਸ਼ਨ ਲੱਗੇ ਨੇ ਉਹ ਕੀ ਐਲੀਗੇਸ਼ਨ ਨੇ। ਇੱਕ ਉਹ ਚੰਗਾ ਆਫੀਸਰ ਵੀ ਰਿਹਾ, ਹੀ ਇਜ਼ ਬੀਨ ਅ ਡੈਕੋਰੇਟਿਡ ਆਫੀਸਰ ਚੰਡੀਗੜ੍ਹ ਪੁਲਿਸ ਦੇ ਵਿੱਚ, ਹੀ ਵਾਜ਼ ਐਨ ਅਸਿਸਟੈਂਟ ਸਬ ਇੰਸਪੈਕਟਰ। ਉਸ ਤੋਂ ਬਾਅਦ ਉਸਨੇ ਆਈਪੀਐਸ ਕਲੀਅਰ ਕੀਤੀ, ਆਈਪੀਐਸ ਕਲੀਅਰ ਕਰਕੇ ਉਸਦੀ ਜਿਹੜੀ ਤੈਨਾਤੀ ਪੰਜਾਬ ਦੇ ਵਿੱਚ ਹੋਈ, ਮੁਕਤਸਰ ਬਠਿੰਡੇ ਦੇ ਵਿੱਚ ਸ਼ੇਰਾ ਖੁੱਬੜ ਨੂੰ ਕੁਲਦੀਪ ਚਹਿਲ ਨੇ ਮਾਰਿਆ। ਹੀ ਇਜ਼ ਵਨ ਆਫ ਦ ਮੋਸਟ ਪ੍ਰੋਟੈਕਟਿਡ, ਇਸ ਵਿੱਚ ਸਭ ਤੋਂ ਜ਼ਿਆਦਾ ਹੈਵੀ ਸਿਕਿਉਰਿਟੀ ਦੇ ਵਿੱਚ ਪੰਜਾਬ ਦੇ ਜਿਹੜੇ ਅਫਸਰ ਚੱਲਦੇ ਨੇ, ਉਹਨਾਂ ਵਿੱਚੋਂ ਕੁਲਦੀਪ ਚਹਿਲ ਹੈ। ਸੋ ਉਹ ਕੁਲਦੀਪ ਚਹਿਲ ਵਾਜ਼ ਵੈਰੀ, ਕਾਫੀ ਸਖਤੀ ਇਸਨੇ ਕੀਤੀ ਹੈ ਲਾਰੈਂਸ ਬਿਸ਼ਨੋਈ ਦੇ ਖਿਲਾਫ। ਚੰਡੀਗੜ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਉਸਦੇ ਜਿੰਨੇ ਵੀ ਗੈਂਗਸਟਰ ਰਹੇ ਨੇ, ਉਹਨਾਂ ਦੇ ਖਿਲਾਫ ਕੁਲਦੀਪ ਬਿਸ਼ਨੋਈ ਬੜਾ ਟਫ ਰਿਹਾ। ਮਾਫ ਕਰਨਾ, ਨਾਟ ਕੁਲਦੀਪ ਬਿਸ਼ਨੋਈ, ਕੁਲਦੀਪ ਚਹਿਲ ਦੀ ਆਪਾਂ ਗੱਲ ਕਰ ਰਹੇ। ਸੋ ਕੁਲਦੀਪ ਚਹਿਲ ਐਜ਼ ਏ ਐਸਐਸਪੀ ਬਹੁਤ ਟਫ ਰਹੇ ਨੇ। ਹੁਣ ਕੀ ਅਜਿਹਾ ਕਾਰਨ ਹੋ ਗਿਆ ਵੀ ਕੀ ਕੋਈ ਕਰਪਸ਼ਨ ਦੇ ਚਾਰजेस ਨੇ, ਕੀ ਗੱਲਾਂ ਬਾਤਾਂ ਨੇ ਜਿਨ੍ਹਾਂ ਨੂੰ ਗਵਰਨਰ, ਸੂਬੇ ਦਾ ਸਭ ਤੋਂ ਵੱਡਾ ਆਫਿਸ ਜਿਹੜਾ ਪੰਜਾਬ ਦਾ, ਚੰਡੀਗੜ੍ਹ ਦਾ ਸਭ ਤੋਂ ਵੱਡਾ ਜਿਹੜਾ ਪ੍ਰਸ਼ਾਸਕ ਹੈਗਾ, ਉਹ ਇੱਕ ਮਿਸਕੰਡਕਟ ਕਹਿ ਰਿਹਾ। ਤੇ ਜੇ ਮਿਸਕੰਡਕਟ ਹੈ ਫਿਰ ਕਾਰਵਾਈ ਕਿੱਥੇ? ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਸਾਰੇ ਮਸਲੇ ਦੇ ਉੱਤੇ ਸਹੀ ਐਨਾਲਿਸਿਸ ਕਰਨ ਵਾਸਤੇ ਰਿਤੇਸ਼ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰ। ਤਾਂ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਊਗਾ ਵੀ
ਆਮੋ ਸਾਹਮਣੇ ਜਿਹੜੇ ਪੰਜਾਬ ਦੀ ਸਰਕਾਰ ਤੇ ਗਵਰਨਰ ਹੈਗੀ ਹੈ ਕਿਸ ਤਰ੍ਹਾਂ ਦਾ ਰੁਖ ਕਰਦੇ ਨੇ, ਆਉਣ ਵਾਲੇ ਦਿਨਾਂ 'ਚ ਵੀ ਕੀ ਇਹ ਆਮੋ ਸਾਹਮਣੇ ਰਹਿਣਗੇ ਕਿ ਟਕਰਾਅ ਰਹੂਗਾ। ਤੇ ਨਾਲ ਦੇ ਇੱਕ ਵੱਡਾ ਪੁਆਇੰਟ ਖੜਾ ਕੀਤਾ ਹੈ ਵੀ ਅਫਸਰ ਦੇ ਉੱਤੇ ਮਿਸਕੰਡਕਟ ਉੱਤੇ ਘੋਖਤਾ ਕੀਤੀ ਜਾਵੇ, ਜਾਂਚ ਤਾਂ ਕੀਤੀ ਜਾਵੇ ਵੀ ਕਿਸ ਤਰ੍ਹਾਂ ਦੇ ਐਲੀਗੇਸ਼ਨ ਨੇ। ਸਰਕਾਰ ਨੂੰ ਇਸ ਬਾਰੇ ਵੀ ਸੋਚਣਾ